ਦਿੱਲੀ ਦੀ ਸਰਹੱਦ ਤੇ 7 ਮਹੀਨੇ ਪੂਰਾ ਕਰ ਚੁੱਕਾ ਕਿਸਾਨ ਅੰਦੋਲਨ ਹੁਣ ਵੀ ਪੂਰੀ ਚੜ੍ਹਦੀ ਕਲਾ ਵਿੱਚ ਹੈ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਕਿਸਾਨ ਅੰਦੋਲਨ ਨੂੰ ਡਟਵੀਂ ਹਮਾਇਤ ਦਾ ਸਿਲਸਿਲਾ ਵੀ ਜਾਰੀ ਹੈ। ਹੁਣ ਕੈਨੇਡਾ ਤੋਂ ਓਨਟਾਰੀਓ ਗੁਰਦੁਆਰਾ ਕੌਂਸਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਤੀ ਮੰਤਰੀ ਨਰਿੰਦਰ ਤੋਮਰ ਨੂੰ ਲੈਟਰ ਲਿਖ ਕਿਸਾਨਾਂ ਦੇ ਮਸਲੇ ਨਿਬੇੜਨ ਸਮੇਤ ਕੁਝ ਸੁਝਾਅ ਦਿੱਤੇ ਗਏ ਹਨ। ਇਸ ਲੈਟਰ ਵਿੱਚ ਲਿਖਿਆ ਗਿਆ ਹੈ, ਜੇ ਤੁਸੀਂ ਇੱਕ ਕਿਸਾਨ ਹੋ ਤੁਹਾਨੂੰ ਕਿਸੇ ਨੂੰ ਇਹ ਯਾਦ ਕਰਵਾਉਣ ਦੀ ਲੋੜ ਨਹੀਂ ਹੁੰਦੀ ਕਿ ਉਹਨਾਂ ਦੀ ਜ਼ਿੰਦਗੀ ਕਿੰਨੀ ਮੁਸ਼ਕਿਲ ਹੈ ਅਤੇ ਉਹ ਹਰ ਦਿਨ ਇਸ ਨੂੰ ਜਿਉਂਦੇ ਹਨ। ਫਿਰ ਖੇਤੀਬਾੜੀ ਪ੍ਰਣਾਲੀ ਆਉਂਦੀ ਹੈ ਜੋ ਉਹਨਾਂ ਦੇ ਵਿਰੁੱਧ ਪੂਰੀ ਤਰ੍ਹਾਂ ਖੜੀ ਹੈ। ਪਰ ਸਾਡੇ ਕਿਸਾਨਾਂ ਦੀ ਸ਼ਲਾਘਾ ਅਤੇ ਪ੍ਰਸ਼ੰਸਾ ਕਰੋ ਜੋ ਨਾ ਸਿਰਫ ਆਪਣੇ ਪਰਿਵਾਰਾਂ ਦੀ ਦੇਖਭਾਲ ਕਰਦੇ ਹਨ ਬਲਕਿ ਦੇਸ਼ ਲਈ ਭੋਜਨ ਸੁਰੱਖਿਅਤ ਕਰਦੇ ਹਨ। ਇਸ ਕ੍ਰਮ ਵਿੱਚ ਫਿਰ ਉਹਨਾਂ ਲੋਕਾਂ ਦੀ ਅਖੌਤੀ ਨੀਵੀਂ ਸੋਚ ਆਉਂਦੀ ਹੈ ਜਿਨ੍ਹਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਕਿਸਾਨ ਜਾਂ ਕਿਸਾਨੀ ਦਾ ਕੰਮ ਚੱਲਦਾ ਹੈ ਅਤੇ ਕਾਗਜ਼ਾਂ ਉੱਤੇ ਲਿਖੇ ਕਾਨੂੰਨ ਕਿਵੇਂ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ 'ਚ ਤਬਦੀਲੀ ਲਿਆਉਣਗੇ। ਇਹ ਦੇਸ਼ ਨੂੰ ਕਿਸਾਨੀ ਅਤੇ ਖੇਤੀ ਦੇ ਤਬਾਹੀ ਦੇ ਉਹ ਕਿਨਾਰੇ ਲੈ ਜਾਣਗੇ ਜਿੱਥੇ ਕੋਈ ਵੀ ਦੇਸ਼ ਕਦੇ ਵੀ ਆਪਣੇ ਆਪ ਨੂੰ ਪਿੱਛੇ ਨਹੀਂ ਖਿੱਚ ਸਕਦਾ। ਜ਼ਿੰਦਗੀ ਸੌਖੀ ਨਹੀਂ ਜੇ ਤੁਸੀਂ ਭਾਰਤ ਵਿੱਚ ਕਿਸਾਨ ਹੋ। ਅਸੀਂ ਇਸ ਇਤਿਹਾਸਿਕ ਕਿਸਾਨ ਅੰਦੋਲਨ ਲਈ ਸਮੂਹ ਕਿਸਾਨ ਸੰਗਠਨਾਂ ਅਤੇ ਉਹਨਾਂ ਦੀ ਅਗਵਾਈ ਦੇ ਉਪਰਾਲੇ ਅਤੇ ਸਖਤ ਮਿਹਨਤ ਦੀ ਸ਼ਲਾਘਾ ਕਰਦੇ ਹਾਂ। ਅਸੀਂ OSGC 100% ਕਿਸਾਨ ਸੰਯੁਕਤ ਮੋਰਚਾ ਲੀਡਰਸ਼ਿਪ ਦੇ ਪਿੱਛੇ ਹਾਂ ਜਿਸ ਨੇ ਨਾ ਸਿਰਫ ਕਿਸਾਨਾਂ ਨੂੰ ਬਲਕਿ ਸਾਰੇ ਨਾਗਰਿਕਾਂ ਨੂੰ ਲਾਭ ਪਹੁੰਚਾਉਣ ਲਈ ਇੰਨੀ ਸਖਤ ਮਿਹਨਤ ਕਾਲਨਾ ਕੀਤੀ ਹੈ ਅਤੇ ਅਜੇ ਵੀ ਸਖਤ ਮਿਹਨਤ ਕਰ ਰਹੇ ਹਨ। ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਦੁਨੀਆ ਵਿੱਚ ਜਿੱਥੇ ਵੀ ਹਾਂ ਅਸੀਂ ਉਹਨਾਂ ਦੇ ਉਦੇਸ਼ਾਂ ਦਾ ਸਮਰਥਨ ਕਰਦੇ ਹਾਂ। OSGC ਸ਼ੁਰੂ ਤੋਂ ਹੀ ਇਸ ਅੰਦੋਲਨ ਦੇ ਨਾਲ ਹੈ ਅਤੇ ਅਸੀਂ ਹਰ ਉਪਲਬਧ ਪਲੇਟਫਾਰਮ ਤੇ ਕਿਸਾਨ ਅੰਦੋਲਨ ਦੀ ਆਵਾਜ਼ ਬੁਲੰਦ ਕੀਤੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਗੱਲਬਾਤ ਵਿੱਚ ਰੁਕਾਵਟ ਹੈ ਅਤੇ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ਤੇ ਪੱਕੇ ਤੌਰ ਤੇ ਅੜੀਆਂ ਹੋਈਆਂ ਹਨ। ਅਸੀਂ ਜਾਣਦੇ ਹਾਂ ਕਿ ਸਮਾਜ ਇੱਕੋ ਇੱਕ ਤਰੀਕਾ ਹੈ ਜਿੱਥੇ ਰੁਕਾਵਟ ਵਿੱਚੋਂ ਬਾਹਰ ਆਉਣ ਲਈ ਅਤੇ ਇੱਕ ਸੁਖਾਲੇ ਹੱਲ ਤੱਕ ਪਹੁੰਚਣ ਲਈ। ਗੱਲਬਾਤ ਹੀ ਇੱਕ ਅਜਿਹਾ ਹੱਲ ਹੈ ਜੋ ਕਿਸਾਨਾਂ ਅਤੇ ਦੇਸ਼ ਲਈ ਇੱਕ ਚੰਗਾ ਅਤੇ ਵਧੀਆ ਰਸਤਾ ਸਾਬਤ ਹੋਵੇਗਾ। ਹਜ਼ਾਰਾਂ ਮੀਲ ਦੂਰ ਬੈਠੇ ਅਸੀਂ ਵੇਖਦੇ ਹਾਂ ਕਿ ਮੁੱਦਿਆਂ ਦੀ ਸਾਡੀ ਸਮਝ ਦੇ ਆਧਾਰ ਤੇ ਕਿਸਾਨ ਨੇਤਾਵਾਂ ਦੁਆਰਾ ਸਰਕਾਰ ਨਾਲ ਵਿਚਾਰ ਵਟਾਂਦਰੇ ਅਤੇ ਸਰਕਾਰ ਦੁਆਰਾ ਦਿੱਤੇ ਗਏ ਪ੍ਰਸਤਾਵ ਦੇ ਆਧਾਰ ਤੇ ਅਸੀਂ ਸਮਝਦੇ ਹਾਂ ਕਿ ਵਿਸ਼ਵਾਸ ਕਰਦੇ ਹਾਂ ਕਿ ਜਿਸ ਵਿੱਚ ਸ਼ਾਮਲ ਸਾਰਿਆਂ ਦੀ ਸੰਤੁਸ਼ਟੀ ਲਈ ਇੱਕ ਦੋਸਤਾਨਾ ਅਤੇ ਤਸੱਲੀ ਬਖਸ਼ ਹੱਲ ਹੋ ਸਕਦਾ ਹੈ ਜਿਸ ਦੇ ਨਾਲ ਕਿਸਾਨ ਅਤੇ ਦੇਸ਼ ਨੂੰ ਖੇਤੀਬਾੜੀ ਭਾਈਚਾਰੇ ਨਾਲ ਨਵੀਂ ਸਾਂਝੇਦਾਰੀ ਵੱਲ ਵਧਾਇਆ ਸਕਦਾ ਹੈ ਕਿ ਭਾਰਤੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਅਸੀਂ ਤੁਹਾਡੇ ਨਾਲ ਅੰਦਰੂਨੀ ਵਿਚਾਰ ਵਟਾਂਦਰੇ ਹੇਠ ਲਿਖੀਆਂ ਸੰਭਾਵਿਤ ਤਜਵੀਜ਼ਾਂ ਸਾਂਝੀਆਂ ਕਰ ਰਹੇ ਹਾਂ। ਜੇਕਰ ਤੁਸੀਂ ਇਸ ਨੂੰ ਉਚਿਤ ਸਮਝਦੇ ਹੋ ਜੋ ਇਹ ਕਿਸਾਨ ਲੀਡਰਸ਼ਿਪ ਦੀ ਸੋਚ ਦੇ ਅਨੁਸਾਰ ਹੈ ਤਾਂ ਇਸ ਨੂੰ ਜਾਰੀ ਰੱਖੋ। ਜੇ ਇਹ ਇਸ ਤਰੀਕੇ ਨਾਲ ਤੁਹਾਡੇ ਕਰਨ ਲਈ ਲਾਭਦਾਇਕ ਨਹੀਂ ਹੈ ਤਾਂ ਕਿਰਪਾ ਕਰਕੇ ਇਸ ਨੂੰ ਅਣਡਿੱਠਾ ਕਰੋ ਅਤੇ ਆਪਣੇ ਖੁਦ ਦੇ ਏਜੰਡੇ ਨਾਲ ਅੱਗੇ ਵਧੋ। 3 ਕਾਨੂੰਨਾਂ ਵਿੱਚੋਂ 2 ਵਾਪਸ ਲੈ ਜਾਣ ਅਤੇ ਤੀਜੇ ਕਾਨੂੰਨ ਨੂੰ 2 ਤੋਂ 3 ਸਾਲਾਂ ਦੀ ਮਿਆਦ ਲਈ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ। ਇੱਕ ਕਾਨੂੰਨ ਬਣਾਉਣ ਲਈ ਇੱਕ ਫਰੇਮਵਰਕ ਸਥਾਪਿਤ ਕਰੋ ਜੋ ਕਿ ਦੇਸ਼ ਦੇ ਕਿਸਾਨਾਂ ਅਤੇ ਨਾਗਰਿਕਾਂ ਲਈ ਸਹੀ ਨਿਰਪੱਖ ਲਾਭਕਾਰੀ ਹੈ। ਸਾਰੇ ਹਿੱਸੇਦਾਰੀ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਸੰਸਥਾ ਦੀ ਸਥਾਪਨਾ ਕਰੋ ਜਿਸ ਨੂੰ ਜਾਂ ਤਾਂ ਸ਼ੁਰੂ ਤੋਂ ਕਾਨੂੰਨ ਦਾ ਖਰੜਾ ਤਿਆਰ ਕੀਤਾ ਜਾਵੇ ਜਾਂ ਜ਼ਰੂਰੀ ਸੋਧਾਂ ਕੀਤੀਆਂ ਜਾਣ। MSP ਨੂੰ ਇੱਕ ਤਰੀਕੇ ਨਾਲ ਕਾਨੂੰਨੀ ਬਣਾਓ ਤਾਂ ਕਿ ਇੱਕ ਕਾਨੂੰਨ ਹੋਣਾ ਚਾਹੀਦਾ ਹੈ ਨਾ ਕਿ ਕੁਝ ਕਾਲਪਨਿਕ ਵਿਚਾਰ ਜੋ ਵਿਆਖਿਆ ਲਈ ਖੁੱਲਾ ਰਹੇ। MSP ਨੂੰ ਇਸ ਅੰਦੋਲਨ ਦਾ ਆਧਾਰ ਬਣਾਇਆ ਜਾਣਾ ਚਾਹੀਦਾ ਹੈ ਜਿਸ ਦੇ ਆਧਾਰ ਤੇ ਸਰਕਾਰ ਇਹ ਪ੍ਰਚਾਰ ਰਹੀ ਹੈ ਕਿ MSP ਪਹਿਲਾਂ ਹੀ ਇੱਥੇ ਹੈ। ਇਸ ਨੂੰ ਕਾਨੂੰਨ ਦੇ ਰੂਪ ਵਿੱਚ ਇਸ ਤਰ੍ਹਾਂ ਲਿਖ ਕੇ ਸਾਬਤ ਕਰੋ ਕਿ ਜਨਤਕ ਵੰਡ ਸਿਸਟਮ ਕੋਈ ਘਾਟ ਜਾਂ ਕਮੀ ਨਾ ਆਵੇ। ਘੱਟੋ ਘੱਟ ਇੱਕ ਕਾਨੂੰਨ ਵਾਪਸ ਲਿਆ ਜਾਵੇ ਅਤੇ ਦੂਜੇ 2 ਨੂੰ 3 ਸਾਲ ਲਈ ਮੁਲਤਵੀ ਕਰ ਦਿੱਤਾ ਜਾਵੇ। ਇੱਕ ਕਾਨੂੰਨ ਬਣਾਉਣ ਲਈ ਇੱਕ ਫਰੇਮਵਰਕ ਸਥਾਪਿਤ ਕਰੋ ਜੋ ਕਿ ਦੇਸ਼ ਦੇ ਕਿਸਾਨਾਂ ਅਤੇ ਨਾਗਰਿਕਾਂ ਲਈ ਸਹੀ ਨਿਰਪੱਖ ਲਾਭਕਾਰੀ ਹੋਵੇ। ਇਸ ਅੰਦੋਲਨ ਦੌਰਾਨ ਆਪਣੀ ਜਾਨ ਗਵਾਉਣ ਵਾਲਿਆਂ ਲਈ ਵਿੱਤੀ ਮੁਆਵਜ਼ਾ ਦੇਣਾ ਚਾਹੀਦਾ ਹੈ। ਸਰਕਾਰ ਅਤੇ ਕਿਸਾਨ ਅੰਦੋਲਨ ਦੇ ਸਮਰਥਕ ਇਸ ਮੁਆਵਜ਼ੇ ਨੂੰ ਸਾਂਝਾ ਕਰ ਸਕਦੇ ਹਨ। ਇਹ ਇੱਕ ਇਸ਼ਾਰਾ ਹੋਵੇਗਾ ਉਸ ਦਿਸ਼ਾ ਵੱਲ ਜੋ ਇਹ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਇੱਕ ਸਦਭਾਵਨਾ ਵਾਲਾ ਵਾਤਾਵਰਣ ਬਣਾਉਣ ਵਿੱਚ ਮਦਦ ਕਰੇਗਾ ਅਤੇ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਮਾਨਸਿਕਤਾ ਨੂੰ ਦੂਰ ਕਰਨ ਵਿੱਚ ਬਹੁਤ ਉਤਸ਼ਾਹਿਤ ਸਾਬਤ ਹੋਵੇਗਾ। ਇੱਕ ਮਤੇ ਪ੍ਰਤੀ ਉਸਾਰੂ ਵਿਚਾਰ ਵਟਾਂਦਰੇ ਲਈ ਸਦਭਾਵਨਾ ਅਤੇ ਹਮਦਰਦੀ ਦਾ ਮਾਹੌਲ ਪੈਦਾ ਕਰਨ ਲਈ ਝੂਠੇ ਕੇਸਾਂ ਅਤੇ FIRs ਨੂੰ ਵਾਪਸ ਲਿਆ ਜਾਵੇ। ਅਸੀਂ OSGC ਵੱਲੋਂ ਉਪਰੋਕਤ ਪ੍ਰਸਤਾਵ ਨੂੰ ਪੇਸ਼ ਕੀਤਾ ਹੈ ਕਿਉਂਕਿ ਅਸੀਂ ਆਪਣੇ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਰੋਜ਼ਾਨਾ ਦੁੱਖ ਵੇਖਦੇ ਹਾਂ। ਸਾਡੇ ਦਿਲਾਂ ਵਿੱਚ ਇੱਕੋ ਜਿਹਾ ਦਰਦ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਦਾ ਅੰਤ ਹੋਵੇ ਜਿਸ ਨਾਲ ਸਾਰੇ ਦੁੱਖ ਇਸ ਦੇ ਮੁੱਲਵਾਨ ਹੋਣਗੇ। ਅਸੀਂ ਕਿਸਾਨ ਲੀਡਰਸ਼ਿਪ ਦਾ ਸਤਿਕਾਰ ਕਰਦੇ ਹਾਂ ਜਿਨ੍ਹਾਂ ਆਪਣੇ ਨਿੱਜੀ ਲਾਭਾਂ ਤੋਂ ਉੱਪਰ ਉੱਠ ਕੇ ਅੰਦੋਲਨ ਦੀ ਅਗਵਾਈ ਕੀਤੀ। ਅਸੀਂ ਉਮੀਦ ਕਰਦੇ ਹਾਂ ਜੋ ਸਾਰੀਆਂ ਕਿਸਾਨ ਸੰਗਠਨ ਮਿਲ ਕੇ ਇਸ ਦੇ ਵਿਚਾਰ ਵਟਾਂਦਰਾ ਕਰ ਸਕਦੀਆਂ ਹਨ। ਅਸੀਂ ਹਮੇਸ਼ਾ ਤੁਹਾਡੇ ਵਿਚਾਰ ਵਟਾਂਦਰੇ ਸਾਡੇ ਪ੍ਰਸਤਾਵ ਨੂੰ ਸਵੀਕਾਰ ਜਾਂ ਪ੍ਰਵਾਨ ਨਾ ਕੀਤੇ ਬਿਨਾਂ ਤੁਹਾਡੇ ਨਾਲ ਰਹਾਂਗੇ। ਅਸੀਂ ਤੁਹਾਡੇ ਸਾਰਿਆਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੇ ਫੈਸਲਿਆਂ ਦਾ ਸਤਿਕਾਰ ਕਰਾਂਗੇ ਅਤੇ ਸੰਯੁਕਤ ਕਿਸਾਨ ਮੋਰਚੇ ਦਾ ਸਮਰਥਨ ਕਰਾਂਗੇ। ਇਹ ਲੈਟਰ ਓਨਟਾਰੀਓ ਗੁਰਦੁਆਰਾ ਕੌਂਸਲ ਦੇ ਚੇਅਰਮੈਨ ਕੁਲਤਾਰ ਸਿੰਘ ਵੱਲੋਂ ਲਿਖਿਆ ਗਿਆ ਹੈ।
ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।